सतगुर की जिसनों मत आवे, सो सतगुर माहि समाना। ए बाणी जो जियों जाने, तिसे अंतर रवै हर नामा। गोयल आया गोयली, क्या तिस डंफ पसार। मोलत पुन्नी चलना, तू संभल घर बार। हर गुण गाओ मना, सतगुर सेव प्यार। क्या थोड़ड़ी बात गुमान, धन वाहिगुरू साहिब जी। नाम कित संसार, किरण राव सुर तर शाखा। उत्तर दक्षिण पूब देश, पश्चिम जस पाखा। नाम कित संसार, किरण राव सुर तर शाखा। उत्तर दक्षिण पूब देश, पश्चिम जस पाखा। जन्म तां ए सके हथ, जित नाम हर हृदय निवासै। सुर नार गाण गंधर्व, छे दर्शन वासासै। भला प्रसिद्ध ते जो तन, कल जोड़ कर ध्यायो। सोई नाम भगत भवजल हरण, गुर अमरदास तैं पायो। भलो प्रसिद्ध तेजो तन, कल जोड़ कर ध्यायो। सोई नाम भगत भवजल हरण, गुर अमरदास तैं पायो। परम सम्मानयोग जुगो जुग अटल, चवर छतर सिंहासन दे मालक, सरवरे कायनात दीन दुनी दे मालक, हाजरा हजूर, जाहरा जहूर, सर्ब कला भरपूर, खंडा ब्रह्मंडा दे मालक, निमाणिया दे मान, निताणिया दे ताण, निवटिया दी ओट, शब्द गुरु धन धन साहिब सतगुरु गुरु ग्रंथ साहिब महाराज सच्चे पातशाह जी।
ਤਿਨਾਂ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਜੁੜ ਬੈਠੇ ਅਤੇ ਚੈਨਲ ਮੀਡੀਆ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਘਰਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਮੁਬਾਰਕ ਬਾਣੀ ਨਾਲ ਸਾਂਝ ਬਣਾ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋਂ ਵਡਭਾਗੇ ਹਾਂ। ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਮੁਬਾਰਕ ਬਾਣੀ ਨਾਲ ਸਾਂਝ ਬਣਾ ਕੇ ਇਸ ਮਨੁੱਖਾ ਜੀਵਨ ਦੇ ਮਨੋਰਥ ਨੂੰ ਸਫਲਿਆਂ ਸਚਿਆਰਿਆਂ ਬਣਾਉਣ ਲਈ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹਾਂ। ਸੰਧਿਆ ਸਮੇਂ ਦੇ ਪਾਵਨ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਜਿੱਥੇ ਆਪ ਜੀਆਂ ਨੇ ਸਤਿਕਾਰਯੋਗ ਗਿਆਨੀ ਸਰਵਣ ਸਿੰਘ ਜੀ ਤਿੰਨਾਂ ਦੇ ਜਥੇ ਪਾਸੋਂ ਸਤਿਗੁਰੂ ਜੀ ਦੀ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਨਾਲ ਸਾਂਝ ਬਣਾਉਣ ਦਾ ਉਪਰਾਲਾ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਤੇ ਇਸ ਲੜੀ ਦੇ ਤਹਿਤ ਭੱਟ ਕਲਸਹਾਰ ਸਾਹਿਬ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਹਿਮਾ ਦੇ ਵਿੱਚ ਜੋ ਬਚਨ ਸਾਡੇ ਨਾਲ ਸਾਂਝੇ ਕੀਤੇ ਨੇ, ਪਾਵਨ ਮੁਖ ਵਾਕ ਸਵਈਏ ਦਾ ਪਾਠ ਦਾਸ ਨੇ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ। ਭੱਟ ਕਲਸਹਾਰ ਜੀ ਕੀ ਰਹਿਮਤ ਕੀ ਬਖਸ਼ਿਸ਼ ਸਾਡੇ ਤੇ ਕਰਦੇ ਨੇ। ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਕਲਗੀਧਰ ਹਜ਼ੂਰ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਮੁਬਾਰਕ ਫਤਿਹ ਨਾਲ ਸਾਂਝ ਬਣਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਅਦਬ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਨਿਮਰਤਾ ਸਹਿਤ ਗੁਰ ਫਤਿਹ ਪ੍ਰਵਾਨੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਅਸੀਂ ਆਪਣਾ ਮੈਸੇਜ ਕਿਸੇ ਨੂੰ ਕਨਵੇ ਕਰਦੇ ਹਾਂ, ਗੁਰੂ ਸਾਹਿਬਾਨ ਜਦੋਂ ਵੀ ਅਕਾਲ ਪੁਰਖ ਵਾਹਿਗੁਰੂ ਦੇ ਬਾਬਤ, ਜੀਵਨ ਜਾਚ ਦੇ ਬਾਬਤ, ਮਹਾਨ ਪੁਰਖਾਂ ਦੀ ਕਰਨੀ ਤੇ ਕੀਰਤੀ ਦੇ ਬਾਬਤ ਆਪਣਾ ਮੈਸੇਜ ਕਿਸੇ ਨੂੰ ਕਨਵੇ ਕਰਦੇ ਨੇ ਤੇ ਉਹ ਲੋਕ ਬੋਲੀ 'ਚ ਕਰਦੇ ਨੇ। ਆਲੇ ਦੁਆਲੇ ਦੀਆਂ ਉਦਾਹਰਣਾਂ, ਆਲੇ ਦੁਆਲੇ ਦੀਆਂ ਐਗਜ਼ਾਮਪਲਾਂ, ਆਲੇ ਦੁਆਲੇ ਦੇ ਪ੍ਰਤੀਕ ਤੇ ਬਿੰਬ, ਫਿਰ ਅਲੰਕਾਰਾਂ ਦੀ ਵਰਤੋਂ ਕਰਨੀ, ਫਿਰ ਰਸਾਂ ਦੀ ਵਰਤੋਂ ਕਰਨੀ, ਫਿਰ ਆਪਣੀ ਕਹੀ ਹੋਈ ਗੱਲ ਨੂੰ ਸੋਹਣੇ ਢੰਗ ਨਾਲ ਸਜਾ ਕੇ, ਸਵਾਰ ਕੇ, ਸ਼ਿੰਗਾਰ ਕੇ ਲੋਕ ਬੋਲੀ ਦੇ ਵਿੱਚ ਕਿਸੇ ਤੱਕ ਪਹੁੰਚਾਉਣੀ। ਕਿਉਂਕਿ ਤੁਹਾਡੀ ਕਹੀ ਹੋਈ ਉਹੀ ਗੱਲ ਕਿਸੇ ਦੇ ਮਨ ਉੱਤੇ ਜ਼ਿਆਦਾ ਅਸਰ ਕਰਦੀ ਹੈ ਜਿਹੜੀ ਗੱਲ ਲੋਕਾਂ ਦੇ ਵਿੱਚ ਪਹਿਲਾਂ ਪ੍ਰਚਲਿਤ ਹੋਵੇ। ਇਸੇ ਨੂੰ ਲੋਕ ਬੋਲੀ ਕਹਿੰਦੇ ਆ। ਜਿੰਨਾ ਪ੍ਰਭਾਵ ਲੋਕ ਮਨਾਂ ਦੇ ਉੱਤੇ ਲੋਕ ਬੋਲੀ ਦਾ ਤੇ ਉਹਨਾਂ ਵਿੱਚ ਪ੍ਰਚਲਿਤ ਉਦਾਹਰਣਾਂ ਦੇ ਦੁਆਰਾ ਪੈ ਸਕਦਾ, ਉਹਨਾਂ ਹੋਰ ਕਿਸੇ ਦੇ ਰਾਹੀਂ ਨਹੀਂ ਪੈ ਸਕਦਾ। ਇਹੀ ਕਾਰਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਏ ਹੋਏ ਮਿੱਥਕ ਹਵਾਲਿਆਂ ਦਾ ਭਾਵੇਂ ਗੁਰਮਤਿ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਪਰ ਸਤਿਗੁਰੂ ਫੇਰ ਵੀ ਵਰਤਦੇ ਨੇ। ਮਿਥਿਹਾਸ ਦੇ ਹਵਾਲੇ ਵਰਤ ਕੇ ਮਿੱਥਕ ਹਵਾਲੇ, ਮਿੱਥਕ ਮਤਲਬ ਜਿਹੜੀ ਗੱਲ ਮਿੱਥ ਹੈ, ਝੂਠ ਹੈ, ਉਸ ਗੱਲ ਦਾ ਵੀ ਹਵਾਲਾ ਮਹਾਰਾਜ ਵਰਤ ਕੇ ਤੇ ਅਗਲੇ ਨੂੰ ਆਪਣਾ ਮੈਸੇਜ ਜਿਹੜਾ ਨੇ ਉਹ ਦਿੰਦੇ ਨੇ। ਉਹਦੇ ਪਿੱਛੇ ਭਾਵ ਇਹ ਹੈ ਵੀ ਜਦੋਂ ਤੁਸੀਂ ਕਿਸੇ ਨੂੰ ਰਜਾਉਣਾ ਚਾਹੁੰਦੇ ਹੋ ਨਾ, ਤੇ ਉਹਦੇ ਭਾਂਡੇ ਵਿੱਚ ਹੀ ਵਸਤੂ ਪਾ ਕੇ ਉਹਨੂੰ ਦਿਓ, ਕਿਉਂਕਿ ਤੁਹਾਡਾ ਮਕਸਦ ਉਸ ਬੰਦੇ ਦਾ ਉਦਰ ਪੂਰਤੀ ਕਰਨਾ ਹੈ, ਉਹਦੇ ਅੱਗੇ ਭਾਂਡਿਆਂ ਦੀ ਨੁਮਾਇਸ਼ ਕਰਨਾ ਨਹੀਂ ਹੈਗਾ। ਵੀ ਪਹਿਲਾਂ ਮੈਂ ਆਖਾਂ ਵੀ ਚੀਜ਼ ਮੈਂ ਤਾਂ ਦਿਆਂਗਾ, ਪਹਿਲਾਂ ਭਾਂਡਾ ਮੇਰਾ ਲੈ। ਹਜ਼ੂਰ ਨੇ ਆਖਿਆ ਨਹੀਂ, ਸਾਡਾ ਮਕਸਦ ਹੀ ਨਹੀਂ ਹੈ ਵੀ ਅਸੀਂ ਕਿਸੇ ਨੂੰ ਆਪਣਾ ਭਾਂਡਾ ਦੇਵੀਏ। ਜੋ ਭਾਂਡਾ ਅਗਲੇ ਦੇ ਕੋਲ ਹੈ ਉਸੇ ਭਾਂਡੇ ਦੇ ਵਿੱਚ ਆਪਣੀ ਵਸਤੂ ਪਰੋ ਕੇ ਦੇਣਾ, ਇਹ ਸਾਡਾ ਮਕਸਦ ਹੈ। ਗਲਤ ਇਹ ਵੀ ਅਗਲਾ ਬੰਦਾ ਇਹ ਚੀਜ਼ ਖਾਵੇ ਤੇ ਤ੍ਰਿਪਤ ਹੋ ਜਾਏ, ਭਾਂਡਿਆਂ ਨੂੰ ਕੀ ਕਰਨਾ ਸੀ। ਤੋ ਇੱਕ ਵਿਚਾਰਵਾਨ ਨੇ ਬੜਾ ਕੀਮਤੀ ਨੁਕਤਾ ਇਸ ਬਾਬਤ ਸਾਂਝਾ ਕੀਤਾ। ਉਹ ਕਹਿਣ ਲੱਗਾ, ਵੇਖੋ ਮਿੱਥਕ ਹਵਾਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਏ ਨੇ, ਕਈ ਵਾਰ ਐਸਾ ਵੀ ਵਾਪਰਦਾ, ਚੀਜ਼ ਬੜੀ ਸੋਹਣੀ ਹੁੰਦੀ ਹੈ, ਸੱਚ ਦੇ ਉੱਤੇ ਬੇਸ ਹੁੰਦੀ ਹੈ, ਆਧਾਰਿਤ ਹੁੰਦੀ ਹੈ, ਪਰ ਹੌਲੀ ਹੌਲੀ ਕਿਉਂਕਿ ਸੱਚ ਦਾ ਪ੍ਰਚਾਰ ਕਰਨ ਵਾਲੇ ਘੱਟ ਹੁੰਦੇ ਨੇ ਤੇ ਉਹਦੇ ਵਿੱਚ ਮਿਲਾਵਟਾਂ ਕਰਨ ਵਾਲਿਆਂ ਦੀ ਗਿਣਤੀ ਜ਼ਾਹਿਰ ਜੀ ਗੱਲ ਹੈ ਵੀ ਹਮੇਸ਼ਾ ਸ਼ੁਰੂ ਤੋਂ ਜ਼ਿਆਦਾ ਰਹਿੰਦੀ ਹੈ। ਅਸਲ ਦੀ ਨਕਲ ਹਮੇਸ਼ਾ ਜ਼ਿਆਦਾ ਹੁੰਦੀ ਹੈ। ਤੋ ਵਿਗੜਦਿਆਂ ਉਹ ਗੱਲ ਜਿਹੜੀ ਹੈ ਨਾ ਹੋਰ ਹੀ ਕਿਸੇ ਬੰਨੇ ਨਿਕਲ ਜਾਂਦੀ।
ਇਸੇ ਕਰਕੇ ਸਿੱਖ ਵਿਚਾਰਵਾਨ ਤੇ ਸਿੱਖ ਫਿਲਾਸਫਰ ਇਸ ਗੱਲ ਦੇ ਮੁੱਦਈ ਨੇ ਕਿ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਨਾਲ ਘੱਟੋ ਘੱਟ ਇਦਾਂ ਦੀਆਂ ਗੱਲਾਂ ਨਾਲ ਜੁੜੀਆਂ ਜਾਣ ਜਿਹਦੇ ਨਾਲ ਗੁਰੂ ਸਾਹਿਬਾਨ ਵੀ ਕੱਲ ਨੂੰ ਮਿਥਿਹਾਸ ਦੇ ਘੇਰੇ ਵਿੱਚ ਖਲੋਤੇ ਤੇ ਸ਼ੱਕ ਦੇ ਘੇਰੇ ਵਿੱਚ ਖਲੋਤੇ ਵਿਖਾਈ ਦੇਣ। ਇਤਿਹਾਸ ਇਤਿਹਾਸ ਹੀ ਰਹਿ ਜਾਏ, ਮਿਥਿਹਾਸ ਨਾ ਬਣ ਜਾਏ। ਇਤਿਹਾਸ ਕੀ ਹੈ? ਜਿਹੜਾ ਇਸ ਕਸਵੱਟੀ ਉੱਤੇ ਖਰਾ ਉਤਰੇ, ਕੀ ਹੋਇਆ, ਕਿੱਥੇ ਹੋਇਆ ਤੇ ਕਦੋਂ ਹੋਇਆ। ਜਿਹੜੀ ਚੀਜ਼ ਇਸ ਬੇਸ ਉੱਤੇ ਆਧਾਰਿਤ ਹੈ ਉਹਨੂੰ ਆਪਾਂ ਕਹਿੰਦੇ ਹਾਂ ਇਤਿਹਾਸ। ਇਦਾਂ ਇਹ ਚੀਜ਼ ਵਾਪਰੀ, ਇਹ ਚੀਜ਼ ਇਦਾਂ ਹੋਈ, ਇਹ ਘਟਨਾ ਇਸ ਸਮੇਂ 'ਚ ਵਾਪਰੀ। ਦੂਜਾ ਨੁਕਤਾ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬ੍ਰਹਮ ਗਿਆਨ ਹੈ। ਪਰ ਜਿਵੇਂ ਅਸੀਂ ਇੱਕ ਆਮ ਹੀ ਰੂਟੀਨ ਦੇ ਵਿੱਚ ਗੱਲ ਕਹਿੰਦੇ ਹਾਂ ਨਾ ਵੀ ਵੇਖੋ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਨੀਆ ਦੇ तमाम ਧਾਰਮਿਕ ਗ੍ਰੰਥਾਂ ਨਾਲੋਂ ਇਸ ਕਰਕੇ ਅਲੱਗਾ ਨੇ ਵੀ ਇਸ ਵਿੱਚ ਕੇਵਲ ਬ੍ਰਹਮ ਗਿਆਨ ਦੀ ਗੱਲ ਹੈ, ਇਸ ਵਿੱਚ ਕੋਈ ਇਤਿਹਾਸਕ ਹਵਾਲਾ ਨਹੀਂ ਵਰਤਿਆ ਗਿਆ। ਇਹ ਗੱਲ ਝੂਠ ਹੈ। ਹਾਂ, ਇਹ ਠੀਕ ਆ ਵੀ ਤੁਸੀਂ ਉਹਨੂੰ ਫਿਲਾਸਫੀ ਦੇ ਨਾਲ ਅਰਥਾਂ ਦਾ ਕੁਝ ਹੋਰ ਹੀ ਵਿਗਾੜ ਤਗਾੜ ਕਰਕੇ ਤੇ ਆਪਣੇ ਹਿਸਾਬ ਦੇ ਅਰਥ ਕੱਢ ਲਓਗੇ, ਇਸ ਵਿੱਚ ਕੋਈ ਸ਼ੱਕ ਨਹੀਂ ਹੈਗਾ। ਪਰ ਤੁਸੀਂ ਇਸ ਗੱਲ ਤੋਂ ਕਤਈ ਮੁਨਕਰ ਨਹੀਂ ਹੋ ਸਕਦੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਇਤਿਹਾਸਕ ਨਾਮ ਤੇ ਥਾਵਾਂ ਦੇ ਹਵਾਲੇ ਵਰਤੇ ਗਏ ਨੇ। ਫਾਰ ਐਗਜ਼ਾਮਪਲ, ਜੇ ਬਾਬਰ ਨੇ ਹਮਲਾ ਕੀਤਾ ਤੇ ਸਤਿਗੁਰਾਂ ਨੇ ਉਹਦੇ ਬਾਬਤ 4 ਸ਼ਬਦ ਗੁਰੂ ਨਾਨਕ ਮਹਾਰਾਜ ਨੇ ਉਚਾਰਨ ਕੀਤੇ ਨੇ। ਤੁਸੀਂ ਇਹ ਠੀਕ ਹੈ ਵੀ ਅੰਦਰ ਹੀ ਅਫਗਾਨਿਸਤਾਨ ਬਣਾ ਲਓਗੇ, ਅੰਦਰ ਹੀ ਕਾਬਲ ਬਣਾ ਲਓਗੇ, ਅੰਦਰ ਦਾ ਹੀ ਬਾਬਰ ਲੜਾਈ ਕਰਨਾ ਸ਼ੁਰੂ ਕਰੇਗਾ, ਪਰ ਤੁਸੀਂ ਸੱਚਾਈ ਵਿੱਚ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ। ਇਸ ਪੰਕਤੀ ਦੇ ਅਰਥ ਵੀ ਤੁਸੀਂ ਆਪਣੇ ਹਿਸਾਬ ਨਾਲ ਕਰ ਲਓਗੇ। ਫੇਰ ਵਸਾਇਆ ਫੇਰੂਆਣ ਸਤਿਗੁਰ ਖਡੂਰ। ਬਾਬਾ ਫੇਰੂਮਲ ਜੀ ਦੇ ਪੁੱਤਰ ਭਾਈ ਲਹਿਣੇ ਨੇ ਖਡੂਰ ਫੇਰ ਆਣ ਕੇ ਵਸਾਇਆ, ਬਰੋਸਾਇਆ ਗਿਆ। ਉਹ ਚ ਮਹਾਰਾਜ ਨੇ ਚਰਨ ਕਮਲ ਪਾਏ ਆਪਣੇ, ਉਹ ਖਿੜ ਉੱਠਿਆ, ਮੌਲ ਉੱਠਿਆ। ਹੁਣ ਅਰਥ ਫਿਲਾਸਫੀ ਦੇ ਹਿਸਾਬ ਨਾਲ ਜਿਵੇਂ ਮਰਜ਼ੀ ਤੋੜ ਮੋੜ ਕੇ ਕਰ ਲਓ, ਪਰ ਸੱਚਾਈ ਇਹ ਆ ਵੀ ਉੱਥੇ ਉਸੇ ਖਡੂਰ ਸਾਹਿਬ ਦੀ ਗੱਲ ਚੱਲ ਰਹੀ ਆ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਜਿਸ ਖਡੂਰ ਸਾਹਿਬ ਨੂੰ ਵਰਸਾਇਆ ਹੈ। ਇਹ ਹਵਾਲੇ ਮੈਂ ਇਸ ਕਰਕੇ ਸਾਂਝੇ ਕੀਤੇ ਨੇ। ਇਸ ਪੰਕਤੀ ਦੇ ਇਸ ਪਾਵਨ ਮੁਖਵਾਕ ਸਵਈਏ ਦੇ ਵਿੱਚ ਭੱਟ ਕਲ ਸਹਾਰ ਸਾਹਿਬ ਨੇ ਇੱਕ ਸ਼ਬਦ ਵਰਤਿਆ ਹੈ, ਭੱਲੋ ਪ੍ਰਸਿੱਧ। ਭੱਲਿਆਂ ਦੀ ਪ੍ਰਸਿੱਧ ਕੁਲ ਵਿੱਚ ਤੇਜੋ ਤਨੋ ਬਾਬਾ ਤੇਜਭਾਨ ਜੀ ਦੇ ਪੁੱਤਰ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ। ਹੁਣ ਇਹ ਜਿਹੜੀ ਬੰਸਾਵਲੀ ਆ ਨਾ, ਇਹ ਇਤਿਹਾਸਕ ਬੰਸਾਵਲੀ ਹੈ, ਪਰ ਇੱਕ ਬੰਸਾਵਲੀ ਨਾਮਾ ਗੁਰਮਤ ਦਾ ਆਪਣਾ ਵੀ ਹੈ। ਇੱਥੇ ਉਹਨਾਂ ਨੇ ਸ਼ਬਦ ਵਰਤਿਆ ਭੱਲਿਆਂ ਦੀ ਪ੍ਰਸਿੱਧ ਕੁਲ ਵਿੱਚ ਬਾਬਾ ਗੁਰੂ ਅਮਰਦਾਸ ਮਹਾਰਾਜ ਦਾ ਜਨਮ ਹੋਇਆ। ਇਹ ਇਤਿਹਾਸਕ ਬੰਸਾਵਲੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਈ। ਇੱਕ ਬੰਸਾਵਲੀ ਨਾਮਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਾਈ ਸੱਤਾ ਤੇ ਬਲਵੰਡ ਜੀ ਨੇ ਵੀ ਸਾਡੇ ਸਾਹਮਣੇ ਬਾਬਾ ਅਮਰਦਾਸ ਮਹਾਰਾਜ ਦੇ ਬਾਬਤ ਪੇਸ਼ ਕੀਤਾ। ਉੱਥੇ ਉਹਨਾਂ ਨੇ ਆਖਿਆ, ਸੋ ਟਿੱਕਾ ਸੋ ਬਹਿਣਾ ਸੋਈ ਪ੍ਰਵਾਨ, ਸੋ ਟਿੱਕਾ ਸੋ ਬਹਿਣਾ ਸੋਈ ਨਿਸ਼ਾਨ, ਪੀਊ ਦਾਦੇ ਜਿਵਿਆ ਪੋਤਾ ਪ੍ਰਵਾਨ। ਉੱਥੇ ਉਹਨਾਂ ਨੇ ਪੋਤਰਾ ਕਿਹਨੂੰ ਆਖਿਆ? ਗੁਰੂ ਅਮਰਦਾਸ ਮਹਾਰਾਜ ਨੂੰ। ਗੁਰੂ ਅਮਰਦਾਸ ਮਹਾਰਾਜ ਦੇ ਪਿਤਾ ਕਿਹਨੂੰ ਆਖਿਆ? ਗੁਰੂ ਅੰਗਦ ਸਾਹਿਬ ਮਹਾਰਾਜ ਨੂੰ। ਤੇ ਗੁਰੂ ਅਮਰਦਾਸ ਮਹਾਰਾਜ ਦੇ ਦਾਦਾ ਜੀ ਕੌਣ ਨੇ? ਧੰਨ ਗੁਰੂ ਨਾਨਕ ਮਹਾਰਾਜ। ਗੁਰੂ ਨਾਨਕ ਮਹਾਰਾਜ ਦਾਦਾ ਜੀ ਨੇ, ਭਾਈ ਲਹਿਣਾ ਗੁਰੂ ਅੰਗਦ ਸਾਹਿਬ ਮਹਾਰਾਜ ਪਿਤਾ ਨੇ, ਤੇ ਗੁਰੂ ਨਾਨਕ ਮਹਾਰਾਜ ਦਾ ਪੋਤਰਾ ਕੌਣ ਹੈ? ਗੁਰੂ ਅਮਰਦਾਸ ਮਹਾਰਾਜ। ਇਹ ਗੁਰਬਾਣੀ ਦੀ ਕਸਵੱਟੀ ਤੇ ਖਰਾ ਉਤਰਦਾ ਬੰਸਾਵਲੀਨਾਮਾ, ਗੁਰਮਤ ਦਾ ਆਪਣਾ ਬੰਸਾਵਲੀਨਾਮਾ। ਹੁਣ ਜੇ ਤੁਸੀਂ ਇਹਨੂੰ ਇਤਿਹਾਸ ਨਾਲ ਜੋੜ ਕੇ ਵੇਖੋਗੇ ਤੇ ਗੁਰੂ ਨਾਨਕ ਮਹਾਰਾਜ ਦਾ ਪੁੱਤਰ ਸ਼੍ਰੀ ਚੰਦ ਤੇ ਲਖਮੀ ਦਾਸ ਹੈ, ਭਾਈ ਲਹਿਣਾ ਨਹੀਂ ਹੈਗਾ। ਪਰ ਗੁਰਮਤ ਭਾਈ ਲਹਿਣੇ ਨੂੰ ਪੁੱਤ ਮੰਨਦੀ, ਸ਼੍ਰੀ ਚੰਦ ਤੇ ਲਖਮੀ ਦਾਸ ਨੂੰ ਨਹੀਂ ਮੰਨਦੀ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਆਪਣੇ 2 ਸੁਪੁੱਤਰ ਨੇ, ਬਾਬਾ ਦਾਤੂ ਜੀ ਤੇ ਦਾਸੂ ਜੀ, ਇਤਿਹਾਸਕ ਤੌਰ ਦੇ ਉੱਤੇ। ਪਰ ਜਿਸ ਵੇਲੇ ਆਪਾਂ ਗੁਰਮਤ ਦੀ ਗੁਰਬਾਣੀ ਦੀ ਗੱਲ ਕਰਾਂਗੇ ਤੇ ਗੁਰਬਾਣੀ ਕਹੇਗੀ ਜਿਨ੍ਹਾਂ ਨੇ ਗੁਰੂ ਦਾ ਹੁਕਮ ਹੀ ਨਹੀਂ ਮੰਨਿਆ ਉਹ ਗੁਰੂ ਦੇ ਆਪਣੇ ਪੁੱਤ ਨਹੀਂ ਹੈਗੇ। ਉੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਫਿਰ ਪੁੱਤਰ ਕੌਣ ਹੈ? ਗੁਰੂ ਅਮਰਦਾਸ ਮਹਾਰਾਜ। ਗੁਰਬਾਣੀ ਦੀ ਕਸਵੱਟੀ ਸਾਨੂੰ ਇਹ ਗੱਲ ਕਹਿੰਦੀ ਏ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜੇ ਮੈਂ ਗੁਰੂ ਦੇ ਭਾਣੇ ਵਿੱਚ ਹਾਂ, ਜੇ ਮੈਂ ਗੁਰੂ ਦੇ ਹੁਕਮ ਵਿੱਚ ਹਾਂ, ਫੇਰ ਮੈਂ ਗੁਰੂ ਦਾ ਅਸਲੀ ਪੁੱਤਰ ਹਾਂ। ਵੈਸੇ ਭਾਵੇਂ ਮੈਂ ਗੁਰੂ ਦੇ ਖੂਨ ਤੋਂ ਕਿਉਂ ਨਾ ਪੈਦਾ ਹੋਇਆ ਹੋਵਾਂ, ਫਿਰ ਮੈਂ ਗੁਰੂ ਦਾ ਪੁੱਤ ਨਹੀਂ ਹੈਗਾ। ਔਰ ਇਹ ਪ੍ਰਤੀਕ ਵੀ ਮਹਾਰਾਜ ਨੇ ਸ਼ਾਇਦ ਇਸੇ ਕਰਕੇ ਵਰਤਿਆ ਵੀ ਜਦੋਂ ਤੁਸੀਂ ਇਹ ਕਹਿੰਦੇ ਹੋ ਨਾ ਵੀ ਮੈਂ ਫਲਾਣੇ ਦਾ ਪੁੱਤ ਹਾਂ, ਤੇ ਅਗਲਾ ਪ੍ਰਸ਼ਨ ਕਰਨ ਦਾ ਮਤਲਬ ਹੀ ਨਹੀਂ ਬਣਦਾ ਵੀ ਤੇਰੀਆਂ ਰਗਾਂ 'ਚ ਇਹਦਾ ਮਤਲਬ ਤੇਰੇ ਪਿਓ ਦਾ ਖੂਨ ਹੈ। ਇਹ ਸਵਾਲ ਹੀ ਨਹੀਂ ਬਣਦਾ। ਜਦੋਂ ਤੁਸੀਂ ਕਿਸੇ ਨੂੰ ਇਹ ਕਹਿ ਦਿੰਦੇ ਹੋ ਵੀ ਮੇਰੇ ਪਿਓ ਦਾ ਨਾਮ ਇਹ ਹੈ, ਕਦੇ ਕਿਸੇ ਮਨੁੱਖ ਨੇ ਸਵਾਲ ਕੀਤਾ ਵੀ ਅੱਛਾ ਇਹਦਾ ਮਤਲਬ ਫਿਰ ਤੇਰੀਆਂ ਰਗਾਂ ਦੇ ਵਿੱਚ ਤੇਰੇ ਪਿਓ ਦਾ ਹੀ ਖੂਨ ਹੈ? ਇਹ ਤੇ ਬੜਾ ਘਟੀਆ ਕਿਸਮ ਦਾ ਸਵਾਲ ਹੋਏਗਾ।
ਜਦੋਂ ਮੈਨੂੰ ਕੋਈ ਇਹ ਪੁੱਛੇ ਨਾ ਵੀ ਤੂੰ ਕਿਹਦਾ ਸਿੱਖ ਹੈ, ਤੇ ਮੈਂ ਕਹਿੰਦਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਤੀਜਾ ਸਵਾਲ ਕਰਨ ਦਾ ਤੁਹਾਡਾ ਮਤਲਬ ਹੀ ਨਹੀਂ ਬਣਦਾ। ਫਿਰ ਇਹਦਾ ਮਤਲਬ ਹੈ ਜਿਹੜੀ ਸਿੱਖੀ ਦੀ ਵਿਚਾਰਧਾਰਾ ਗੁਰੂ ਨਾਨਕ ਦੇ ਅੰਦਰ, ਉਹ ਤੇਰੇ ਅੰਦਰ ਵੀ ਹੈ। ਜ਼ਾਹਿਰ ਜੀ ਗੱਲ ਹੈ, ਮੇਰੇ ਅੰਦਰ ਵੀ ਉਹ ਵਿਚਾਰਧਾਰਾ, ਤਾਂ ਹੀ ਤੇ ਮੈਂ ਸਿੱਖ ਹਾਂ, ਨਹੀਂ ਤੇ ਮੈਂ ਸਿੱਖ ਕਿਉਂ ਹਾਂ? ਜੇ ਮੇਰੇ ਅੰਦਰ ਗੁਰੂ ਦੀ ਸੇਮ ਵਿਚਾਰਧਾਰਾ ਹੈ, ਤਾਂ ਹੀ ਤੇ ਮੈਂ ਗੁਰੂ ਦਾ ਨਾਦੀ ਪੁੱਤ ਹੋ ਕੇ ਵੀ ਗੁਰੂ ਨੂੰ ਵੱਧ ਪਿਆਰਾ ਹਾਂ ਬਿੰਦੀ ਪੁੱਤਰਾਂ ਦੇ ਨਾਲੋਂ, ਕਿਉਂਕਿ ਮੈਂ ਗੁਰੂ ਦੇ ਰਾਹ ਦੇ ਉੱਤੇ ਚੱਲਦਾ, ਗੁਰੂ ਦੇ ਦਰਸਾਏ ਮਾਰਗ ਦੇ ਉੱਤੇ ਚੱਲਦਾ, ਗੁਰੂ ਦੇ ਬਣਾਏ ਅਸੂਲਾਂ ਦੀ ਪੂਰਤੀ ਕਰਦਾ, ਗੁਰੂ ਦੀਆਂ ਪੈੜਾਂ 'ਚ ਪੈੜਾਂ ਪਾ ਕੇ ਚੱਲਦਾ। ਸਤਿਗੁਰੂ ਫਿਰ ਬੜੇ ਕੀਮਤੀ ਤੇ ਭਾਵਪੂਰਤ ਸ਼ਬਦਾਂ ਵਿੱਚ ਕਹਿਣਗੇ, ਜਨ ਨਾਨਕ ਕੇ ਗੁਰਸਿੱਖ ਪੁੱਤੋ, ਹਰ ਜਪਿਓ ਹਰ ਨਿਸਤਾਰਿਆ। ਤੁਸੀਂ ਮੇਰੇ ਗੁਰਸਿੱਖ ਪੁੱਤਰ ਹੋ। ਹੁਣ ਵੇਖੋ ਨਾ, ਗੱਲਾਂ ਨਿੱਕੀਆਂ ਨਿੱਕੀਆਂ ਨੇ, ਪਰ ਗੱਲਾਂ ਦੇ ਭਾਵ ਬੜੇ ਡੂੰਘੇ ਨੇ ਜੇ ਅਸੀਂ ਆਪਣੇ ਮਨ ਦੇ ਜਜ਼ਬੇ ਤੇ ਵਲਵਲੇ ਕਿਸੇ ਦੇ ਸਾਹਮਣੇ ਨਾ ਰੱਖੀਏ। ਹੁਣ ਵੇਖੋ ਨਾ, ਸਵਾਲ ਕਰਨਾ ਹਰ ਇੱਕ ਦਾ ਹੱਕ ਹੈ। ਤੁਸੀਂ ਕਿਸੇ ਦੇ ਸਵਾਲਾਂ ਤੇ ਬੈਨ ਨਹੀਂ ਲਾ ਸਕਦੇ। ਇਹ ਕਹਿ ਕੇ ਵੀ ਤੂੰ ਧਰਮ ਤੇ ਤਰਕ ਕਰਦਾ ਹੈ, ਤੂੰ ਧਰਮ ਤੇ ਕਿੰਤੂ ਪਰੰਤੂ ਕਰਦਾ, ਉਹ ਸਾਰਿਆਂ ਦੇ ਮਨ ਵਿੱਚ ਨੇ। ਹੋ ਸਕਦਾ ਅਗਲੇ ਨੂੰ ਜਾਣਕਾਰੀ ਨਾ ਹੋਵੇ, ਉਹ ਆਪਣੇ ਮਨ ਦਾ ਕੋਈ ਅਲੂਜਨ, ਆਪਣੇ ਮਨ ਦਾ ਕੋਈ ਸ਼ੰਕਾ ਨਿਵਰਤ ਕਰਨਾ ਚਾਹ ਰਿਹਾ ਹੋਵੇ। ਤਾਂ ਕੁਝ ਸੱਜਣ ਜਿਹੜੇ ਨੇ ਇਸ ਗੱਲ ਦੇ ਉੱਤੇ ਵੀ ਜ਼ਿਕਰ ਕਰਦੇ ਨੇ ਵੀ ਜਿਸ ਵੇਲੇ ਖੰਡੇ ਬਾਟੇ ਕੀ ਪਹੁਲ ਆਪਾਂ ਲੈਨੇ ਆ, ਉਸ ਵਿੱਚ ਪੰਜ ਪਿਆਰੇ ਸਾਹਿਬਾਨ ਕਹਿੰਦੇ ਨੇ, ਅੱਜ ਤੋਂ ਤੇਰੀ ਜ਼ਾਤ ਨਾਸ਼, ਪਾਤ ਨਾਸ਼, ਕਿਰਤ ਨਾਸ਼, ਕੁਲ ਨਾਸ਼, ਕਰਮ ਨਾਸ਼, ਧਰਮ ਨਾਸ਼। ਅੱਜ ਤੋਂ ਤੂੰ ਸਿੱਖ ਹੋ ਗਿਆ। ਅੱਜ ਤੋਂ ਤੇਰੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਤੇ ਤੇਰੀ ਮਾਤਾ ਸਾਹਿਬਦੇਵ ਕੌਰ ਜੀ। ਹੁਣ ਪ੍ਰਸ਼ਨ ਇਹ ਹੈ, ਉਹ ਸੱਜਣ ਕਹਿਣ ਲੱਗਾ, ਜੀ ਵੇਖੋ, ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਕੀ ਪਹੁਲ ਦੇ ਕੇ ਤੇ ਆਪਣੇ ਆਪ ਨੂੰ ਖਾਲਸੇ ਦਾ ਪਿਤਾ ਅਖਵਾ ਕੇ ਗਲਤੀ ਤੇ ਨਹੀਂ ਕਰ ਲਈ ਕਿਤੇ? ਕਿਉਂਕਿ ਉਹ ਗੁਰੂ ਨਾਨਕ ਮਹਾਰਾਜ ਤੋਂ ਲੈਦਾ। ਜੇ ਗੁਰੂ ਨਾਨਕ ਮਹਾਰਾਜ ਨੇ ਸਿੱਖ ਕੌਮ ਦੀ ਨੀਂਹ ਰੱਖੀ ਹੈ, ਤੇ ਗੁਰੂ ਕਲਗੀਧਰ ਮਹਾਰਾਜ ਨੇ ਸਾਰਾ ਕ੍ਰੈਡਿਟ ਕਿਉਂ ਲੈ ਲਿਆ? ਹੁਣ ਇਹ ਪ੍ਰਸ਼ਨ ਸਾਡੇ ਮਨ ਵਿੱਚ ਪਤਾ ਕਦੋਂ ਆਉਂਦਾ? ਜਦੋਂ ਅਸੀਂ ਇਸ ਗੱਲ ਤੋਂ ਪਾਸੇ ਹਟ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਤੋਹਾ ਜੁਗਤ ਸਾਏ ਸ਼ਹਿਕਾਇਆ ਫੇਰ ਪਲਟੀ। ਜੇ ਮੈਂ ਸੱਚਮੁੱਚ ਇਹ ਮੰਨਦਾ ਵੀ ਮੇਰੇ ਲਈ ਗੁਰੂ ਨਾਨਕ ਮਹਾਰਾਜ ਵਿੱਚ, ਭਾਈ ਲਹਿਣੇ ਵਿੱਚ, ਛੇਵੇਂ ਪਾਤਸ਼ਾਹ ਵਿੱਚ ਤੇ ਗੁਰੂ ਕਲਗੀਧਰ ਮਹਾਰਾਜ ਵਿੱਚ ਕੋਈ ਫਰਕ ਨਹੀਂ ਹੈਗਾ, ਮੇਰੇ ਵਾਸਤੇ ਜੈਸੇ ਗੁਰੂ ਨਾਨਕ ਮਹਾਰਾਜ ਨੇ ਤੈਸੇ ਹੀ ਗੁਰੂ ਕਲਗੀਧਰ ਮਹਾਰਾਜ ਨੇ, ਜੋਤ ਤੇ ਇੱਕ ਹੀ ਹੈ ਨਾ, ਕੀ ਫਰਕ ਪੈਂਦਾ? ਗੁਰੂ ਨਾਨਕ ਮਹਾਰਾਜ ਉਹ ਕੰਮ ਕਰਨ ਜਾਂ ਗੁਰੂ ਕਲਗੀਧਰ ਮਹਾਰਾਜ ਕਰਨ, ਮੈਂ ਇਸ ਜਿਹੜਾ ਵਿੱਚ ਕਿਉਂ ਪੈ ਰਹੀ? ਤੋ ਗੱਲਾਂ ਕਈ ਵਾਰੀ ਅਸੀਂ ਤਰਕ ਤੇ ਵਿਤਰਕ ਦੀ ਕਸਵੱਟੀ ਤੇ ਗੱਲਾਂ ਨੂੰ ਪਰਖ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਈ ਵਾਰ ਸਾਡੇ ਮਨ ਵਿੱਚ ਵੈਸੇ ਹੀ ਇਹ ਪ੍ਰਸ਼ਨ ਪੈਦਾ ਹੋ ਜਾਂਦਾ, ਅਸੀਂ ਆਪਣੇ ਸ਼ੰਕੇ ਨੂੰ ਨਿਵਰਤ ਕਰਨਾ ਚਾਹੁੰਦੇ ਹਾਂ, ਤਾਂ ਕਿਸੇ ਮਨੁੱਖ ਦੀ ਪੂਰੀ ਗੱਲ ਨੂੰ ਸੁਣੇ ਤੋਂ ਬਿਨਾਂ ਉਹਦੇ ਗਲ ਪੈ ਜਾਣਾ, ਜਾਂ ਉਹਨੂੰ ਕ੍ਰਿਟੀਸਾਈਜ਼ ਕਰਨਾ, ਜਾਂ ਉਹਨੂੰ ਤਰਕ ਤੇ ਵਿਤਰਕ ਕਰਨ ਵਾਲਾ ਕੋਈ ਚਰਚਾ ਕਰਨ ਦਾ ਨਾਮ ਦੇਣਾ, ਇਹ ਸਹੀ ਨਹੀਂ ਹੈ। ਤਾਂ ਪਹਿਲਾਂ ਅਗਲੇ ਦੀ ਗੱਲ ਨੂੰ ਸੁਣੋ, ਫਿਰ ਉਹਦੇ ਪ੍ਰਸ਼ਨ ਨੂੰ ਹੱਲ ਕਰੋ। ਜੇ ਫਿਰ ਵੀ ਉਹ ਢੁੱਚਰ ਡਾਉਣ ਦੀ ਕੋਸ਼ਿਸ਼ ਕਰੇ, ਇਟ ਮੀਨਸ ਉਹ ਤੁਹਾਡੇ ਕੋਲੋਂ ਕੇਵਲ ਸਵਾਦ ਲੈ ਰਿਹਾ, ਉਹ ਜਾਣਨ ਦਾ ਇੱਛੁਕ ਨਹੀਂ ਹੈਗਾ। तो भाई सत्ता ते बलवंड जी गुरु अमरदास महाराज सच्चे पातशाह के बारे क्या खूबसूरत शब्द वरते हैं। वो कहते हैं सो टिक्का, टिक्के शब्द का अर्थ है बहना, तो टिक्के शब्द का अर्थ प्रवानगी भी। वैसे ना तुसीं जो पुराने टीकियां नूं पढ़ोगे, पुरानियां पोथियां नूं पढ़ोगे, तो उहदे विच इस वार नूं टिक्के की वार भी कहा जाता। भाई सत्ता ते बलवंड जी की रामकली की तीजी वार नूं टिक्के की वार नाल भी, उहदे च भाव की आ, क्योंकि ਜਿਹੜੇ भी पंज पातशाहियां का जिक्र उस विच है, उस समुचे पातशाहां नूं गुरता गद्दी मिलण का जिक्र भी इसे वार विच सानूं मिलदा, इतिहासक हवाले के दौर के उत्ते। तो टिक्के का पहला अर्थ की है बहना, गुरता गद्दी की जिम्मेवारी नूं ग्रहण करना। ते टिक्के का दूजा मतलब की है प्रवानगी। पुजारी जदों किसे नूं तिलक लाउंदा सी ना, उहदा मतलब सी प्रवानगी मिल गई। और तिलक दे भी तिलकां दीयां बड़ियां किस्मां ने। वैष्णो नूं 12 तिलक लगने चाहिए ने, ते 12 नाम लैके ही तिलक लाने चाहिए। तो तिलक का मतलब सी प्रवानगी। तुसीं यात्रा ते जाना चाहुंदे हो, मंदिर में जाओ, जे पुजारी जी तुहानूं तिलक ला दिंदे ने, फिर तुसीं यात्रा कर सकदे, तुहानूं प्रवानगी मिल गई। तुसीं अपने बच्चे नूं स्कूल पढ़न वास्ते भेजना चाहुंदे हो, पुजारी का हथ पैर गोडा नप्पो, पुजारी ने जे तिलक ला दिता, इट मीनस तुहानूं प्रवानगी मिल गई। तुसीं पुछना चाहुंदे हो भी जमीन जागदी है कि सुती। लोग खेती पुजारी नूं पुछ के करदे सन, पुजारी जी हल वाह लीजिए, जमीन जागदी है कि सुती है। उन्हें आखना 2 दिन वेट करो, जमीन जागेगी, आप तिलक ला के प्रवानगी देवांगे, फिर हल वायो। यानी कि इन्नी गुलाम मानसिकता वाले लोग हो गए सन। असी नहीं करते, असी भी तो करते हैं ना। भावें कि चीज़ां बदल गई पर भाव नहीं बदले।
मैं धर्म स्थान ते आण के सेवा करदा, मैं बाणी पढ़ी, मैं सेवा कीती, मैं किसी उसारी वास्ते कोई दान भेटा दिती, पर जे मैनू किसी ने सो काल्ड ਸਰੋਪਾਓ नहीं ना पाया तो मैनू लगता भी जिवें कुछ रह गया होवे। गुरबाणी ने तिलक नूं प्रवानगी नहीं मन्निया। गुरबाणी ने प्रवानगी किनू मन्निया? आख्या सुरत धोती। ये शब्द महाराज ने बाणी च वरतिया। उस विच हजूर ने आख्या तिलक करनी होई। तुहाडे लई प्रवानगी की है? तुहाडी करनी प्रवानगी। ਜਦੋਂ ਤੁਹਾਨੂੰ ਲੱਗ ਰਿਹਾ ਵੀ मैं सेवा कर ਲਈ, मैं बाणी जिन्नी मेरे वास ਵਿੱਚ ਸੀ मैं पढ़ आया, जिन्नी ਕੁ मैं कर सकदा ਸੀ मैं कर आया, ਫਿਰ ਤੁਸੀਂ किस ਬੰਦੇ ਵੱਲ? ਕੋਈ ਦੇ ਦੇਵੇ ਤੇ ਵਾਹ ਭਲਾ, ਪਰ ਕਿਸੇ ਅਥੈਂਟਿਕ ਬੰਦੇ ਕੋਲੋਂ 2 ਮੀਟਰ ਦਾ ਕੱਪੜਾ ਲੈ ਕੇ ਤੇ ਇਹ ਸਮਝਣਾ ਮੈਂ ਪ੍ਰਮਾਣ ਹੋਵਾਂ, ਹੁਣ ਮੈਂ ਗੁਰਮੁਖ ਹੋ ਗਿਆ, ਮੈਨੂੰ ਗੁਰਮੁਖਤਾਈ ਦਾ ਸਰਟੀਫਿਕੇਟ ਕਿਸੇ ਕੋਲੋਂ ਲੈਣ ਦੀ ਲੋੜ ਨਹੀਂ। ਜੇ ਮੈਂ ਆਪਣੀਆਂ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਆ ਨਾ, ਤੇ ਕੋਈ ਬੰਦਾ ਮੈਨੂੰ ਆਖੇ ਜਾਂ ਨਾ ਆਖੇ ਉਹਦੇ ਨਾਲ ਫਰਕ ਨਹੀਂ ਪੈਣਾ। ਵੈਸੇ ਗੁਰਮਤ ਤੇ ਇਸ ਗੱਲ ਨੂੰ ਮੰਨਦੀ ਵੀ ਮੰਨ ਲਓ ਵੀ ਜੇ ਸਰੋਪਾਊ ਦੇਣ ਵਾਲਾ ਤੁਹਾਡਾ ਵਿਰੋਧੀ ਹੋਇਆ ਤੇ ਹੁਣ ਤੁਹਾਨੂੰ ਨਾ ਦਿੱਤਾ, ਇਹਦਾ ਮਤਲਬ ਤੁਹਾਡੀ ਸੇਵਾ ਪ੍ਰਵਾਨ ਨਹੀਂ। सेवा बंदे ने प्रवान करनी है कि गुरु ने प्रवान करनी, पहला ये डिसाइड करो। सतगुरु बाणी च कहणगे पुन्नी पापी आखण नाहीं, पुन ते पाप कहण दियां चीज़ां नहीं हैगियां, कर कर करना लिख ले जाह। अपनी करनी संभाल के रख, तेरी करनी ही परवाना है, राहदारी है। आपे बीज आपे ही खाह, नानक हुक्मी आवो जाओ। गुरु अंगद साहब महाराज कहणगे जो धर्म कमावे तिस धर्म नाओ होवे, पाप कमाणे पापी जानी। तू धर्म कीता होवे, सारा जमाना रल के आखे बंदा पापी है, आखे तू पापी नहीं बनना, तेरा कर्म प्रवानगी देगा, तेरा कर्म गवाही शहादत भरेगा, बंदा सचमुच ही धर्मी है। तू पाप कीता है, जमाना टिल ला के आखे बंदा बड़ा धर्मी है, जमाने दे कहण नाल धर्मी बन नहीं सकता, तेरा अपना कर्म कहेगा बंदा सचमुच ही पापी है। तो जिहो जिहा कर्म होएगा वैसा नाम पएगा साडा। तो सतगुरु सच्चे पातशाह महाराज के बारे हुण वेखो ना, एक तिलक का जिक्र होर बाणी चों असीं पढ़दे हां प्रवानगी के रूप दे विच। उत्थे भी बाबा सुंदर जी जिस वेले गुरु अमरदास महाराज सच्चे पातशाह के चलाने के वेले वार नूं अंकित करते हैं, उत्थे भी उन्होंने क्या खूबसूरत शब्द वरत्या। उन्होंने आख्या रामदास सोढी तिलक दिया, गुर शब्द सच निशान जीओ। गुरु रामदास महाराज नूं गुरु अमरदास महाराज वालों प्रवानगी, तिलक मतलब प्रवानगी मिली। तो प्रवानगी कादी है? गुर शब्द सच निशान जी, गुरु शब्द की मोहर प्रदान की गई गुरु रामदास महाराज ने भी हुण तुसीं गुरता गद्दी ते बैठ के सुभाएमान हो के बाणी नूं उचार भी सकते हो, बाणी का प्रचार प्रसार भी कर सकते हो, शब्द की प्रवानगी दिती आ। तिलक लाउणा मत्थे ते चंदन का यह गुरमत का असूल नहीं है। हालांकि असीं चीज़ां नूं उलझा के रख दिता, बजाए ये कहण दे जन्म साखियां दियां पुरानियां हवाले दे के जां जन्म साखियां दे हवालियां नाल सिद्ध करन दी बजाए कि गुरु नानक महाराज सच्चे पातशाह जिस वेले भाई लहणा जी नूं गुरता गद्दी दिंदे ने, तो उत्थे शब्द लिखिया होया तित महल जो शब्द हुआ सो पोथी गोरे अंगद जोग मिली। तो अगलियां ने पोथी का जिक्र ही नहीं किया। की आख्या? गुरु नानक महाराज ने 5 पैसे ते नारियल रख के गुरु अंगद साहब महाराज भाई लहणा जी नूं गुरता गद्दी। तो 5 पैसे ते नारियल तुहाडे विच वड़ गए इदां, तो तुसीं नारियल दे सिख बनते जाने हो, शब्द गुरु दे सिख नहीं बनते। ये गुरमत की रीति नहीं है। जन्म साखियां दे मुताबिक भी ते बाबा सुंदर जी दी वार दे हवाले दे मुताबिक भी इत्थे प्रवानगी केवल शब्द नूं। बाणी दीयां पोथीआं हजूर ने अपनी बाणी दी पोथी ते भगतां दी बाणी दी पोथी गुरु अंगद साहब महाराज दे हवाले कीती ते प्रवानगी दित्ती। तो आख्या सो टिक्का सो बहना सोई दी बाण, पिओ दादे जिविहा पोतरा प्रवान, जिन बासक नेत्रै घत्या करने ही तां। जिवें असीं पढ़दे हां पुराने समयां दे हवालियां दे विचों भी देवतियां ने ते दैंतां ने मिल के समुंदर रिड़किया। तो एक मिथ है, पर इस मिथ दे भांडे विच महाराज क्या खूबसूरत वस्तु पा के साडे तक मैसेज कन्वे करदे ने। हुण आ काम औखा होवे ना ते आपां उत्थे आम नार्मल वेच की कहने आ, तुसीं मैनूं किहड़ा समुंदर रिड़कण वाले बन्ने लाता। फजूल काम नूं ते करड़े काम नूं असीं समुंदर रिड़कण दे नाल तशबीह दिंदे भी मेहनत वाधू दी है तो निकलना कख भी नहीं हैगा। तो कहण लगे बड़ा करड़ा काम है जिहड़ा गुरु अमरदास महाराज ने परमेश्वर के नाम नाल गुरु शब्द नाल जुड़ के, वो की सी? जिन बासक नेत्रै घत्या। नेता मतलब हुण ये शब्द गुरु नानक महाराज ने भी वरत्या, ए मन ईटी हाथ करो फुन नेत्रो नींद ना आवे, रसना नाम जपो तब मथिए इन बिद अमृत पावो।
तो नेता कहते ने मधानी दे चुफेरे जिहड़ी रस्सी लपेटी होवे ना, जिन्हों खिंच के सवाणियां मधानी रिड़कदियां, कदे ढिला छड्डना कदे खिंचना, एक एक प्रोसैस है। सतगुरु ने आख्या मन एक नेत्रा ही है। जिन बासक नेत्रे घत्या घर नेही ताण, नेही कहते ने ਉਹ डंडा जिहदे नाल मधानी नूं बन्निया गया होवे। गुरु अमरदास महाराज ने शरीर नूं नेही बनाया, मन नूं नेत्रा बनाया। जिन बासक नेत्रे घत्या कर नेही ताण, जिन समुंद विरोलिया कर मेर मधान। शरीर नूं रिड़कना शुरू किया शब्द नूं। ये शब्द बाणी चो असीं होर भी पढ़ते हैं, जिथे हजूर ने आख्या ना, समुंद विरोल शरीर हम देखिया, एक वस्त अनूप दिखाई, गुर गोविंद गोविंद गुरु है नानक भेद ना पाए। आख्या जिहड़े रतन तेरे अंदरों बंदे निकलने हैं ना, वो तेरे शरीर विच ही गुरमत ने पैदा, परमेश्वर ने पैदा, बाहर नहीं है। इस नूं आख्या ना, घारे अमृत घट माही जियो, अमृत की दात तेरे हिरदे के घर विच ही। इसे करके आप फॉर एग्जाम्पल ये गल साझी करते हैं कि गुरु नानक महाराज ने सज्जण नूं कोई स्वाद की पुड़ी नहीं दी भी लै खा ला तेरा भला हो जाएगा। कोई धागा ते तवीत कोई लाचियां नूं फूक मार के नहीं। गुरु नानक महाराज ने की आख्या, सज्जना मैं तेनों कुछ नहीं दे सकता, मैं ते तेरा ध्यान उन्हां गुणां वाले बन्ने दौड़ना चाहुंदा जिहड़े परमेश्वर ने पहले तेरे अंदर पैदा कीते। मत विच रतन जवाहर माणक जे एक गुर की सिख सुनी। पहले तेरे अंदर सारा सिदक साडे अंदर नहीं कि असी सबर किसी को उधार लेने भी मेरे को भाई सबर नहीं है, $5 का सबर मैनू दे दे, नहीं वो मेरे अंदर ही। मैं किसी को मिठा बोलने वाला गुण उधारा ले सकता ਜਾਂ दुकान तो मिल सकता भी मैनू कोई 10 दिन वास्ते मिठा बोलने वाला गुण दे दियो, वो मेरे अंदर ही ऑलरेडी। निमरता भी मेरे अंदर ही है, चंगियाई भी। मैं वरता जां ना वरता मेरे ते डिपेंड करता है, सब कुछ मेरे अंदर ही। तो सतगुरु ने आख्या ये जिहड़े गुण तेरे अंदर ने ना, जिन समुंद विरोलिया करमेर मधान, 14 रतन निकालियोन की तोन चानान। वो 14 रतन किहड़े ने? हालांकि हवाला उन्हां दा वरतिया, पर अर्थ करन वालियां ने आख्या गुरु अमरदास महाराज ने 14 रतन किहड़े कढे? सच कढिया, संतोख कढिया, परमेश्वर दा नाम रूपी रतन कढिया, दया कढ ली, धर्म कढ लिया, धीरज कढ लिया, नेकी परोपकार ते सेवा वर्गे गुण कढ लए। ये 14 रतन गुरु अमरदास महाराज ने कढे। करमेर मधान ये बख्शिशां गुरु अमरदास महाराज ने नाम दे नाल जुड़ के ते फिर जीवन दे विचों पैदा कीतियां। उस जीवन विचों जिहड़ा सानू पहला ही गॉड गिफ्ट परमेश्वर की नेमत वजों प्राप्त होया, उन्होंने शब्द नाल जुड़ के, नाम नाल जुड़ के ये सारियां बरकतां ते बख्शिशां हासिल कर लईआं। तो ये जिहड़े हवाले ने ना, सतगुरु ने बाणी दे विच इसे पक्ष तो इतिहासक हवाले भी ते मिथिहासक दोवें चीज़ां दे हवाले साडे सामने वरते। हुण भट्ट कारसहार साहब बख्शिश करनगे ते वो आरंभता करदिआं कहंदे ने, नाम कित संसार। नाम दा मतलब परमेश्वर दी होंद, होंद मतलब आइडेंटिटी। जिवें मेरा नाम मेरी होंद है, तुहाडा नाम तुहाडी पहचान है, परमेश्वर दा नाम की है? उत्थे साहब ने आख्या किरतम नाम कथे तेरे जेवा। परमेश्वर दे बड़े नाम ने, एक नाम नूं छड्ड के सारे नाम जिहड़े ने ना ਉਹਦੇ ਉਹ सिफाती नाम ने। जिवें इस्लाम दे विच ना अल्लाह दे 99 नाम सिफाती नाम ने ते एक नाम ਉਹਦਾ ਜ਼ਾਤੀ नाम है। इसे करके इस्लाम की तवारी कहती है भी जिहड़ी ਉਹ तस्बीह फेरदे ने ना ਉਹਦੇ 100 मणके ने, 99 मणकिਆਂ ਦੇ ਨਾਲ ਉਹ अल्लाह ਦਾ सिफाती नाम लेंदे ने ते जिन्हों आपां मेरू मणका कहने आ, उस मेरू मणके दे नाल ਉਹ अल्लाह ਦਾ ਜ਼ਾਤੀ नाम लेंदे। हालांकि साडे च विधान नहीं, पर फिर भी सतगुरु ने आख्या किरतम नाम, जेड़े नाम तेरी किरत विचों पैदा होए ने। किवें? किसी ने वेख्या भी रब जिहड़ा ना वो दीनां दा मददगार है, दीनां दा भरा है, गरीबां दा यार है, तो किसी ने आख्या रब दीन बंधु है। किसी ने वेख्या रब पतितां नूं पवित्र करन दी समर्था रखदा, उन्हां ने परमेश्वर नूं पतित पावन भी आख्या। किसी ने वेख्या परमेश्वर च दया करन वाला सुभाव है, उन्हां ने रब नूं दयालु भी आख्या। ये सारे नाम की ने? परमेश्वर दे किरत विचों पैदा, उहदे गुणां नूं वेख के रखे हुए नाम, इहनूं आपां कहने आ किरतम नाम। पर बेसिकली उहदा नाम की है? आख्या सत नाम तेरा परापुरबड़ा, तू हमेशा कायम रहने वाला है, यही तेरा असल नाम, यही तेरा असल नाम। तू सच आ ते सच कदे नहीं मरदा। ये सच सबना का खसम है, जिस बख्शे सो जन पावे। तो हजूर ने आख्या नाम का अर्थ की होंद, परमेश्वर की होंद, परमेश्वर के गुण, उसकी आइडेंटिटी। कित मतलब
ਉਹਦੀ ਕੀਰਤੀ, ਵਡਿਆਈ, ਸ਼ੋਭਾ। ਇਹਨੂੰ ਗੁਰਬਾਣੀ 'ਚ ਕਥਾ ਦੇ ਨਾਮ ਤੋਂ ਵੀ ਵਰਤਿਆ ਗਿਆ। ਜਿਵੇਂ ਆਖਿਆ ਨਾ, ਸਭ ਤੇ ਉੱਤਮ ਹਰਿ ਕੀ ਕਥਾ, ਤੇ ਇਹਨੂੰ ਗੁਰਬਾਣੀ 'ਚ ਕੀਰਤਨ ਦੇ ਨਾਮ ਨਾਲ ਹੀ ਵਰਤਿਆ। ਕੀਰਤਨ ਨਿਰਮੋਲਕ ਹੀਰਾ। ਪਰ ਵੇਖੋ ਨਾ, ਦੁਕਾਨਦਾਰੀ ਕਰਨ ਵਾਲੇ ਆਪਣੇ ਹਿਸਾਬ ਨਾਲ ਹੀ ਕਰਦੇ। ਜੇ ਤੇ ਮੈਂ ਕਥਾਵਾਚਕ ਹਾਂ ਤੇ ਮੈਂ ਕਹਿਣਾ ਜੀ ਵੇਖੋ, ਸਤਿਗੁਰੂ ਨੇ ਕਥਾ ਨੂੰ ਕਿੰਨਾ ਸ਼੍ਰੋਮਣੀ ਸਥਾਨ ਬਖਸ਼ਿਸ਼ ਕੀਤਾ। ਆਖਿਆ ਸਭ ਤੇ ਉੱਤਮ ਹਰਿ ਕੀ ਕਥਾ। ਤੁਸੀਂ ਕਥਾ ਸੁਣਿਆ ਕਰੋ, ਕਥਾ ਸਭ ਤੋਂ ਉੱਤੇ ਆ ਤੇ ਕੀਰਤਨ ਉੱਤੇ ਨਹੀਂ ਹੈਗਾ। ਉਹ ਨਾ ਸੁਣਿਆ ਕਰੀਏ। ਫਿਰ ਉਹ ਕੀਰਤਨ ਕਰਨ ਵਾਲਾ ਕਹੇਗਾ, ਗੁਰਬਾਣੀ ਨੇ ਆਖਿਆ ਕੀਰਤਨ ਤੇ ਡਾਇਮੰਡ ਆ, ਹੀਰਾ ਹੈ। ਕੀਰਤਨ ਨਿਰਮੋਲਕ ਹੀਰਾ। ਕਥਾ ਸੁਣੋ ਚਾਹੇ ਨਾ ਸੁਣੋ, ਕੀਰਤਨ ਸੁਣਿਆ ਕਰੋ। ਤਾਂ ਦੁਕਾਨਦਾਰੀ ਆਪਣੇ ਆਪਣੇ ਇੱਕ ਸ਼ਬਦ ਫੜ ਲਓ ਤੇ ਵੇਚਣਾ ਸ਼ੁਰੂ ਕਰ ਦਿਓ। ਵੇਚਣਾ ਇਸੇ ਵਿੱਚ ਇਹ ਸੇਮ ਹੀ ਚੀਜ਼ ਆ। ਗੁਰਬਾਣੀ ਦਾ ਪਾਠ ਕਰ ਲੈਣਾ, ਕੀਰਤਨ ਕਰ ਲੈਣਾ, ਕਥਾ ਕਰ ਲੈਣੀ। ਭਾਵ ਕੀ ਆ, ਮੈਂ ਪਰਮੇਸ਼ਰ ਦੀ ਸਿਫਤ ਕਰ ਰਿਹਾ। ਤਰੀਕਾ ਕੋਈ ਵੀ ਹੋ ਸਕਦਾ, ਪਾਠ ਵੀ ਹੋ ਸਕਦਾ, ਕਥਾ ਵੀ ਹੋ ਸਕਦੀ ਹੈ, ਕੀਰਤਨ ਵੀ ਹੋ ਸਕਦਾ। ਬਸ ਗੱਲ ਗੁਰੂ ਦੀ ਹੋਣੀ ਚਾਹੀਦੀ ਹੈ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀ। ਬਸ ਮੁੱਕਦਾ ਮੁੱਦਾ ਇਸ ਗੱਲ ਦੇ ਉੱਤੇ ਆ ਕੇ ਖਲੋ ਜਾਂਦਾ। ਤੋ ਸਾਹਿਬ ਨੇ ਆਖਿਆ ਹੈ ਨਾਮ, ਪਰਮੇਸ਼ਰ ਦੀ ਹੋਂਦ। ਅੱਗੇ ਸ਼ਬਦ ਵਰਤਿਆ ਕਿਤ। ਕਿਤ ਮਤਲਬ ਕੀਰਤੀ, ਵਡਿਆਈ, ਸ਼ੋਭਾ। ਨਾਮ ਕਿਤ ਸੰਸਾਰ। ਪਰਮੇਸ਼ਰ ਦੇ ਨਾਮ ਦੀ ਤੇ ਪਰਮੇਸ਼ਰ ਦੀ ਕੀਰਤੀ ਦੀ ਸ਼ੋਭਾ ਸੰਸਾਰ ਵਿੱਚ ਇਦਾਂ ਫੈਲ ਗਈ, ਮਾਨੋ ਜਿਵੇਂ ਕਿਰਨ ਰਵ, ਸੂਰਜ ਦੀਆਂ ਕਿਰਨਾਂ ਦਾ ਪਸਾਰਾ ਫੈਲ ਗਿਆ ਹੋਵੇ। ਤੇ ਅੱਗੇ ਆਖਿਆ ਸੁਰ ਤਰ। ਸੁਰ ਤਰ ਦਾ ਮਤਲਬ ਆ ਸਵਰਗ ਵਿੱਚ ਪੈਦਾ ਹੋਇਆ ਰੁੱਖ। ਉਹਨੂੰ ਮੌਲਸਰੀ ਵੀ ਕਹਿੰਦੇ ਆ। ਵਿਦਵਾਨਾਂ ਨੇ ਮੌਲਸਰੀ ਨਾਲ ਵੀ ਤਸ਼ਬੀਹ ਦਿੱਤੀ ਆ, ਪਾਰਜਾਤ ਨਾਲ ਵੀ ਤਸ਼ਬੀਹ ਦਿੱਤੀ ਆ, ਤੇ ਕਪਲ ਵਿਰਕਸ਼ ਨਾਲ ਵੀ ਤਸ਼ਬੀਹ ਦਿੱਤੀ ਆ, ਕਿਉਂਕਿ ਸਵਰਗ ਦੇ ਰੁੱਖ ਇਹੀ ਨੇ। ਆਖਿਆ ਜਿਵੇਂ ਮੌਲਸਰੀ ਦੇ ਫੁੱਲਾਂ ਦੀ ਸੁਗੰਧੀ ਦੂਰ ਦੁਰੇਡੇ ਤੱਕ ਫੈਲ ਜਾਂਦੀ ਹੈ ਨਾ, ਚੰਦਨ ਦੀ ਸੁਗੰਧੀ ਤੋਂ ਵੀ ਜ਼ਿਆਦਾ ਸੁਗੰਧੀ ਉਸ ਦਰਖਤ ਵਿੱਚ। ਇਸੇ ਤਰੀਕੇ ਨਾਲ ਪਰਮੇਸ਼ਰ ਦੇ ਨਾਮ ਦੀ ਤੇ ਪਰਮੇਸ਼ਰ ਦੀ ਵਡਿਆਈ ਦੀ ਕੀਰਤੀ ਵੀ ਸੰਸਾਰ ਵਿੱਚ ਸੂਰਜ ਦੀਆਂ ਕਿਰਨਾਂ ਵਾਂਗ ਤੇ ਮੌਲਸਰੀ ਦੇ ਫੁੱਲਾਂ ਵਾਂਗ ਫੈਲ ਗਈ। ਨਾਮ ਕਿਤ ਸੰਸਾਰ, ਕਿਰਨ ਰਵ ਸੁਰਤਰ ਸ਼ਾਖਾ। ਸ਼ਾਖਾ ਮਤਲਬ ਟਾਹਣੀਆਂ। ਉਹ ਕਹਿੰਦੇ ਨੇ ਇਸ ਦਰਖਤ ਦੀਆਂ ਕਿੰਨੀਆਂ ਸ਼ਾਖਾ ਨੇ, ਤਾਂ ਸ਼ਾਖਾ ਮਤਲਬ ਟਹਿਣੀਆਂ। ਉਚਾਰਨ ਵਿੱਚ ਥੋੜਾ ਜਿਹਾ ਭੇਤ ਹੈ। ਅਸੀਂ ਸ਼ਾਖਾ ਵੀ ਪੜ੍ਹ ਜਾਂਦੇ ਹਾਂ ਤੇ ਸ਼ਾਖਾ ਵੀ ਪੜ੍ਹ ਜਾਂਦੇ ਹਾਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੀ ਕਹਿੰਦੇ ਨੇ, ਉੱਤਰ ਪਹਾੜ ਦੀ ਬਾਈ, ਦੱਖਣ ਦੂਜਾ ਬੰਨਾ, ਤੇ ਪੁੱਬ ਦੇਸ਼। ਪਹਾੜ ਦੀ ਬੰਨੇ ਉੱਤਰ ਦਾ ਪਾਸਾ, ਦੱਖਣ ਦਾ ਬੰਨਾ ਪੂਰਬ ਦੇਸ਼, ਤੇ ਫਿਰ ਅੱਗੇ ਸ਼ਬਦ ਵਰਤਿਆ ਪੱਛਮ ਜਸ ਭਾਖਾ, ਯਾਨੀ ਕਿ ਚਾਰਾਂ ਦਿਸ਼ਾਵਾਂ ਦੇ ਵਿੱਚ। ਜਦੋਂ ਸ਼ਬਦ ਗੁਰਬਾਣੀ 'ਚ ਚਾਰਾਂ ਦਿਸ਼ਾਵਾਂ ਦਾ ਆਏਗਾ ਤਾਂ ਦਹਿ ਦਿਸ਼ ਆਏਗਾ। 10 ਦਿਸ਼ਾਵਾਂ ਵੀ ਹੁੰਦੀਆਂ ਨੇ। ਔਰ ਇਹਦੇ ਨਾਲ ਨਾਲ ਸ਼ਬਦ ਆਏਗਾ ਤ੍ਰੈ ਲੋਕ। ਇਹ ਸਮੁੱਚੇ ਸ਼ਬਦਾਂ ਦਾ ਭਾਵ ਆ ਸਮੁੱਚੇ ਬ੍ਰਹਿਮੰਡ ਵਿੱਚ। ਉੱਤਰ ਦੱਖਣ ਪੁੱਬ ਦੇਸ਼, ਪੱਛਮ ਜਸ ਭਾਖਾ। ਪਰਮੇਸ਼ਰ ਦਾ ਜਸ ਭਖਿਆ ਜਾ ਰਿਹਾ। ਭਖਣਾ, ਉਚਾਰਨ ਕਰਨਾ, ਉਚਰਨਾ, ਬੋਲਣਾ, ਇਹ ਸਾਰੇ ਸਮਾਨ ਅਰਥੀ ਸ਼ਬਦ ਨੇ, ਸਿਨੋਨਿਮਸ ਨੇ। ਤੋ ਸਾਹਿਬ ਨੇ ਆਖਿਆ ਪਰਮੇਸ਼ਰ ਦੇ ਜਸ ਨੂੰ ਉੱਤਰ ਦੇ ਲੋਕ, ਦੱਖਣ ਦੇ ਲੋਕ, ਪੂਰਬ ਦੇ ਲੋਕ ਤੇ ਪੱਛਮ, ਯਾਨੀ ਕਿ ਸਮੁੱਚੇ ਬ੍ਰਹਿਮੰਡ ਦੇ ਲੋਕ ਉਚਾਰਨ ਕਰ ਰਹੇ ਨੇ। ਕੌਣ ਨਹੀਂ ਗਾਉਂਦਾ ਪਰਮੇਸ਼ਰ ਦੇ ਜਸ ਨੂੰ? ਅਸੀਂ ਰੋਜ਼ ਇਹ ਪੌੜੀ ਪੜ੍ਹਦੇ ਹਾਂ, 2 ਵਕਤ, ਸਵੇਰੇ ਵੀ ਤੇ ਸ਼ਾਮ ਨੂੰ। ਗਾਵਨ ਤਦਨੋਂ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਕੌਣ ਨਹੀਂ ਗਾ ਰਿਹਾ ਰੱਬ ਦੇ ਹੁਕਮ ਨੂੰ? ਪਰਮੇਸ਼ਰ ਦੇ ਹੁਕਮ 'ਚ ਹੀ ਆ ਨਾ ਸਾਰਾ ਕੁਝ। ਸੂਰਜ ਨੂੰ ਮੈਂ ਜਾ ਕੇ ਸਵੇਰੇ ਧੱਕਾ ਮਾਰ ਕੇ ਚੜਾ ਕੇ ਉਹਨਾਂ ਵੀ ਭਾਈ ਚੜ ਜਾ, ਤੇਰਾ ਵਕਤ ਹੋ ਗਿਆ, ਉਹ ਆਪਣੇ ਨੇਮ 'ਚ ਚੜਦਾ। ਜਿਹੜਾ ਧਰਤੀ ਦਾ ਹਿੱਸਾ ਉਹਦੇ ਸਾਹਮਣੇ ਆ ਗਿਆ ਉਹਨੇ ਰੋਸ਼ਨ ਹੋ ਜਾਣਾ, ਜਿਹੜਾ ਉਹ ਤੋਂ ਆਪੋਜ਼ਿਟ ਹੋ ਗਿਆ ਉਹਨੇ ਹਨੇਰੇ 'ਚ ਆ ਜਾਣਾ। ਚੰਦਰਮਾ ਨੂੰ ਮੈਂ ਨਹੀਂ ਕਹਿਣ ਜਾਂਦਾ। ਧਰਤੀ ਦੇ ਦੁਆਲਿਓਂ ਸੂਰਜ ਦੀਆਂ ਕਿਰਨਾਂ ਦਾ ਰਿਫਲੈਕਸ਼ਨ ਜਿਸ ਵੇਲੇ ਉਸ ਗੋਲੇ ਉੱਤੇ ਪੈਂਦਾ, ਉਸ ਟੁਕੜੇ ਉੱਤੇ ਪੈਂਦਾ, ਤੇ ਉਹ ਗ੍ਰਹਿ ਵੀ ਜਗਮਗ ਕਰ। ਚੰਦਰਮਾ ਦੀ ਕਿਹੜੀ ਆਪਣੀ ਰੋਸ਼ਨੀ? ਉਹ ਤੇ ਸੂਰਜ ਦੀਆਂ ਕਿਰਨਾਂ ਦਾ ਰਿਫਲੈਕਸ਼ਨ ਪਏਗਾ ਤੇ ਉਹ ਬਲ ਉੱਠੇਗਾ, ਨਹੀਂ ਪਏਗਾ ਤੇ ਉਹ ਜਿੰਨਾ ਹਿੱਸਾ ਸਾਹਮਣੇ ਆ ਗਿਆ ਉਹਨਾਂ ਰੋਸ਼ਨ ਹੋ ਜਾਂਦਾ। ਤੇ ਉਹਦੇ ਨਾਲ ਹੀ ਫਿਰ ਅਸੀਂ ਗਿਣਤੀ ਕਰਦੇ ਵੀ ਅਮਾਵਸ ਦੀ ਰਾਤ ਤੇ ਤੋਂ ਕਾਲੀ ਬੋੜੀ, ਆ ਚੰਦਰਮਾ ਨੇ ਨਹੀਂ ਚੜ੍ਹਨਾ, ਕਿਉਂਕਿ ਧਰਤੀ ਨੇ ਉਹਨੂੰ ਟੱਕ ਲਿਆ, ਕਵਰ ਕਰ ਲਿਆ। ਜਿਸ ਦਿਨ ਪੂਰਨਮਾਸੀ ਹੋਏਗੀ ਉਸ ਦਿਨ ਧਰਤੀ ਇੱਕ ਬੰਨੇ ਹਟ ਜਾਏਗੀ ਤੇ ਸਮੁੱਚੀਆਂ ਕਿਰਨਾਂ ਦਾ ਪ੍ਰਕਾਸ਼ ਉੱਤੇ ਪਏਗਾ, ਉਹ ਜਗਮਗ ਕਰ ਉੱਠੇਗਾ। ਤਾਂ ਸਤਿਗੁਰੂ ਨੇ ਆਖਿਆ ਹਰ ਚੀਜ਼ ਉਹਦੇ ਨੇਮ ਦੇ ਵਿੱਚ ਹੈ। ਪਾਣੀ ਵੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ। ਤੁਸੀਂ ਪੀ ਲਓਗੇ ਤੇ ਪਿਆਸ ਬੁੱਝ ਜਾਏਗੀ। ਫਿਰ ਭਾਵੇਂ ਅਮੀਰ ਪੀਵੇ ਤੇ ਭਾਵੇਂ ਗਰੀਬ ਪੀਵੇ, ਭਾਵੇਂ ਧਾਰਮਿਕ ਬੰਦਾ ਪੀਵੇ ਤੇ ਭਾਵੇਂ ਪਾਪੀ ਬੰਦਾ ਪੀਵੇ, ਜਿਹੜਾ ਪਾਣੀ ਪੀ ਲਏਗਾ ਪਿਆਸ ਤੋਂ। ਹਰ ਚੀਜ਼ ਉਹਦੇ ਨੇਮ ਦੇ ਵਿੱਚ। ਕੋਈ ਚੀਜ਼ ਕਦੇ ਵੀ ਆਪਣੀ ਹੱਦਬੰਦੀ ਟੱਪ ਕੇ ਦੂਜੇ ਦਾ ਨੁਕਸਾਨ ਨਹੀਂ ਕਰਦੀ।
और ये किन्ने सोहने प्रतीक हजूर ने बाणी च वरते ने, जिथे गुरुदेव गुरु नानक महाराज सच्चे पातशाह कहणगे, आपे कंडा तोल तराजी प्रभ आपे तोल तुराया, आपे शाह आपे वणजारा आपे वणज कराया। फिर किते शब्द भी वरत्या, आपे धरती साजियन प्यारे पिछे टंक चढ़ाया। किवें तोल मोल बनाया उन्हें। अंदाजा ला के वेखो, मिट्टी की ढेम नूं, एक मिट्टी की ढेम छोटी जी होवे ते उस ढेम तो 3 गुणा वध पानी होवे, उस ढेम नूं जिस वेले पानी च रखोगे ना, वो गल जाएगी, खुर जाएगी। पर तुसीं हैरान नहीं होंदे भी 3 गुणा धरती च पानी होवे ते एक हिस्से धरती होवे, पर फिर भी पानी जिहड़ा ना वो मिट्टी नूं गाल नहीं सकदा। एक नेम ही है ना, सिस्टम ही परमेश्वर के हुक्म दे विच ही है सारा कुछ। तो गरीब नवाज पातशाह कहते हैं, इस तरीके नाल परमेश्वर ने हर चीज अपने हुक्म, समुचे ब्रह्मांड के लोग, हवा पानी धर्मराज जिन्ने भी लोग ने, जीव जंतु ने, परमेश्वर के नेम दे विच ही आ, उहदे जस नूं गा रहे हैं। उत्तर दक्षिण पुब देश पश्चिम जस भाखा, जन्म तां ए सकियाथ, सकियाथ मतलब सकारथा, किन्ना दा जीवन सकारथा है, सफल है। जित जिन्ना दे हिरदे विच नाम हर हृदय निवासे, जिन्ना दे हिरदे विच परमेश्वर दा निवास है, उन्हां दा जन्म सकारथ है। ਉਹਨੂੰ ਸਤਿਗੁਰੂ ਬਾਣੀ ਚ ਕਹਿਣਗੇ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਉ। ਕਿੰਨੇ ਸੋਹਣੇ ਸ਼ਬਦ ਮਹਾਰਾਜ ਨੇ बताए। बसंत स्वर्ग लोक है, जित ते पृथ्वी नव खंडन है, बिसरंत हर गोपाल है, नानक ते प्राणी उद्यान परमण। फिर आख्या, कौतक कोड़ तमाशियां चित ना आवस नाओ, नानक कोड़ी नरक बराबरे, करोड़ा नरकां दे बराबर है। थां उजड़ सोई थां, जिथे परमेश्वर दा नाम नहीं। बाबा कबीर साहब कहणगे, जा कर साधना सेविए, हर की सेवा नाए, ते घर मार हट सारखे भूत बसै तिन माए। ते जेड़े हिरदे विच परमेश्वर दे गुण वस जाण, ਉਹਨੂੰ ਸਾਹਿਬ ਕੀ ਕਹਿਣਗੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ। ਜਿਸ ਹਿਰਦੇ ਦੇ ਵਿੱਚ ਮੇਰੇ ਗੁਰੂ ਦੀ ਵਿਚਾਰ ਹੈ, ਸੋ ਥਾਨ ਸੁਹਾਵਾ ਰਾਮ ਰਾਜ। ਉਹ ਹਿਰਦੇ ਸੋਹਣੇ ਬਣ ਗਏ ਨੇ, ਜੀਵਨ ਸੋਹਣੇ ਬਣ ਗਏ। तो साहब ने आख्या, जन्म तां ए सकियाथ, जित नाम हर हृदय निवासा है, सुर देवते नर आम जन सधारण बंदे मनुख। गण गंधर्व का मतलब है देवतियां दे ढाडी जन। गण गंधर्व 6 दर्शन असासे, जोगियां दे जेड़े पंथ ने, जोगियां दे जेड़े भेख ने, ये भी परमेश्वर के नाम ते आधारित ने। तो साहब ने आख्या, भल्लो प्रसिद्ध, भल्लियां दी प्रसिद्ध कुल विच तेजो तनौ, बाबा तेजभान जी के सपुत्र ने इतिहासक तौर के उत्ते गुरु अमरदास महाराज, ते गुरमत के अकीदे विचों भाई लैणे गुरु अंगद साहब महाराज के सपुत्र ने। भल्लो प्रसिद्ध तेजो तनौ, कल जोड़ कर त्यायो, पट कल सार कहंदे, मैं उस गुरु अमरदास महाराज नूं जिहड़े भल्लियां दी प्रसिद्ध कुल विच ते गुरु बाबा तेजभान जी की कुल विच पैदा होए ने, दोवें हाथ जोड़ के उन्हां नूं ध्याउना, उन्हां दी शोभा महिमा करदा। कल जोड़ करते आयो, सोई नाम भगत भवजल हरण। ओ नाम जिहड़ा भगतां नूं संसार समुंदर तो पार करवाउण दी ताकत रखदा। गुरु अमरदास तैं पायो, हे गुरु अमरदास महाराज, तू भी उस नाम नूं प्राप्त कीता, तू भी उस नाम नूं अपने जीवन का आधार बनाया। ये बचन, ये बख्शिश पाठ कालसार साहब ने साडे नाल सांझी कीती है गुरबाणी दे राहीं। सतगुरु सच्चे पातशाह महाराज दी पावन बाणी के राही जो उपदेश उन्होंने सानू बख्शिश किया है, असीं उस नूं अपने जीवन का आधार बना के सतगुरु की महिमा नाल जुड़ के उच्चे सुच्चे सुचारे जीवन के मालक बन सकीए। साहब जी की पावन बाणी की विचार की सांझ करदे हां। होइयां बेअंत भुल्लां चुकां दी खिमा धन गुरु ग्रंथ साहब महाराज सच्चे पातशाह बख्शणयोग हन, बख्श लैणगे सबना दा धन्नवाद। फतेह प्रवान करो आखो जी वाहिगुरू जी का खालसा वाहिगुरू जी की फतेह। तू ठाकुर तुम पैर तुमरी कृपा में कोई न जाने, तुमरा सगल समगरी तुमरे होए सो, तुमरी गत मित नानक दास
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਈ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ This program is sponsored by AMC Insurance Services Limited.